ਸਾਡੇ ਆਪਣੇ ਦੇਸ਼ 'ਚ ਕਈ ਬਿਊਰੋਕਰੇਟਸ ਨੇ ਆਈਐਸ ਲੌਬੀ ਨੇ ਜਿਨ੍ਹਾਂ ਦੇ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਡਿਪੈਂਡ ਕਰ ਰਹੇ ਨੇ, ਉਹਨਾਂ ਨੂੰ ਨਸੀਹਤ ਲੈ ਰਹੇ ਔਰ ਉਹ ਚਾਈਨਾ ਦੇ ਵੱਲੋਂ ਮਤਲਬ ਪੱਖ ਰੱਖਦੇ। ਬੜੀ ਹੈਰਾਨੀ ਦੀ ਗੱਲ। ਸਾਡੀ ਸਾਈਬਰ ਸਿਕਿਉਰਿਟੀ ਬਹੁਤ ਵੀਕ ਹੈ, ਜਿਹਨੂੰ ਕਿ ਉਹਨੂੰ ਸਟਰੋਂਗ ਕਰਨਾ, ਸਾਡੀ ਕਮਿਊਨੀਕੇਸ਼ਨ ਸਟਰੋਂਗ ਕਰਨਾ, ਸਾਡਾ ਇਨਫਰਾਸਟ੍ਰਕਚਰ ਸਟਰੋਂਗ ਕਰਨਾ ਇਹ ਇੱਕ ਬਹੁਤ ਜ਼ਰੂਰੀ ਹਿੱਸਾ ਹੈ। ਅੱਜ ਉਹਦੇ ਕੋਲ ਸੈਟੇਲਾਈਟਸ ਨੇ, ਉਹਨਾਂ ਦੀ ਕੋਈ ਚੀਜ਼ ਅਸੀਂ ਨਹੀਂ ਕਰ ਸਕਦੇ ਹੈਕ, ਕੋਈ ਚੀਜ਼ ਉਹਨਾਂ ਦੀ ਲੀਕ ਨਹੀਂ ਹੋ ਰਹੀ, ਜਿਹੜੀ ਕਿ ਸਾਡੀ ਚੀਜ਼ ਜਿਹੜੀ ਹੈ, ਹਰ ਚੀਜ਼ ਜਿਹੜੀ ਹੈ ਲੀਕ ਹੋ ਰਹੀ ਹੈ। ਦਿਨ ਬਰ ਦਿਨ ਜਿਹੜਾ ਕਿ ਭਾਰਤ ਦੇ ਚੀਨ ਦੇ ਵਿੱਚ ਜਿਹੜੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਗਲਵਾਨ ਘਾਟੀ ਤੇ ਹੋਏ ਜਿਹੜੇ ਝੜਪ ਤੋਂ ਬਾਅਦ ਜਿਹੜੇ ਸਾਡੇ 20 ਜਵਾਨ ਜਿਹੜੇ ਸ਼ਹੀਦ ਹੋ ਗਏ ਸਨ, ਉਸ ਤੋਂ ਬਾਅਦ ਜਿਹੜਾ ਹੈ ਕਿ ਭਾਰਤ ਚੀਨ ਦੇ ਵਿੱਚ ਜਿਹੜੀ ਸਥਿਤੀ ਦਿਨ ਬਰ ਦਿਨ ਜਿਹੜੀ ਹੈ ਚਿੰਤਾਜਨਕ ਹੁੰਦੀ ਜਾ ਰਹੀ ਹੈ। ਲੋਕਾਂ ਦੇ ਵਿੱਚ ਇੱਕ ਡਰ ਦੇਖਣ ਨੂੰ ਮਿਲ ਰਿਹਾ ਕਿ ਭਾਰਤ ਚੀਨ ਦੇ ਵਿੱਚ ਇਸ ਕਾਰਨ ਜੇ ਲੜਾਈ ਹੁੰਦੀ ਹੈ ਤੇ ਕੀ ਸਥਿਤੀ ਹੋਏਗੀ ਆਪਣੇ ਹਿੰਦੁਸਤਾਨ ਦੀ। ਇਸ ਦੇ ਬਾਰੇ ਸਾਡੇ ਨਾਲ ਪਹਿਲਾਂ ਵੀ ਜਿਹੜੇ ਕਿ ਵਿਸਥਾਰ ਨਾਲ ਸਾਨੂੰ ਜਾਣਕਾਰੀ ਦੇ ਚੁੱਕੇ ਨੇ ਰਿਟਾਇਰਡ ਬ੍ਰਿਗੇਡੀਅਰ ਮਹਿੰਦਰ ਪ੍ਰਤਾਪ ਸਿੰਘ ਬਾਜਵਾ ਕਿ ਕਿਸ ਕਾਰਨ ਜਿਹੜਾ ਹੈ ਕਿ ਉਹ ਝੜਪ ਹੋਈ ਸੀ, ਕਿਸ ਕਾਰਨ ਜਿਹੜੀ ਹੈ ਗਲਵਾਨ ਘਾਟੀ ਦੀ ਜਿਹੜੀ ਸਥਿਤੀ ਹੈ ਜਿਹੜੀ ਚਿੰਤਾਜਨਕ ਬਣੀ ਸੀ। ਇਸ ਦੇ ਬਾਰੇ ਅੱਜ ਅਸੀਂ ਦੁਬਾਰਾ ਇਹਨਾਂ ਕੋਲ ਪੁੱਜੇ ਹਾਂ, ਇਹਨਾਂ ਕੋਲ ਦੁਬਾਰਾ ਜਾਣਕਾਰੀ ਲਵਾਂਗੇ ਵਿਸਥਾਰ ਦੇ ਨਾਲ ਕਿ ਇਹਨਾਂ ਦੇ ਮੁਤਾਬਕ ਉੱਥੋਂ ਦੀ ਮੌਜੂਦਾ ਸਥਿਤੀ ਕੀ ਹੈ। ਅਸੀਂ ਗੱਲ ਕਰਦੇ ਹਾਂ ਰਿਟਾਇਰਡ ਬ੍ਰਿਗੇਡੀਅਰ ਮਹਿੰਦਰ ਪ੍ਰਤਾਪ ਸਿੰਘ ਬਾਜਵਾ ਜੀ ਨਾਲ। ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਕਿ ਇਸ ਟਾਈਮ ਗਲਵਾਨ ਘਾਟੀ ਦੀ ਮੌਜੂਦਾ ਸਥਿਤੀ ਕੀ ਹੈ। ਸਰ, ਬਹੁਤ ਬਹੁਤ ਸ਼ੁਕਰੀਆ। ਮੈਂ ਮੌਜੂਦਾ ਸਥਿਤੀ ਇੱਕ ਵਾਰੀ ਦੱਸਣਾ ਚਾਹੁੰਦਾ। ਪਿਛਲੀ ਵਾਰੀ ਜਿਵੇਂ ਦੱਸਿਆ ਸੀ ਤੁਹਾਨੂੰ ਮੈਂ ਕਿ ਪਿੰਗੋਂਗਸੇ ਲੇਕ 'ਚ ਕੀ ਹੈ, ਅਤੇ ਉਦੋਂ ਅਸੀਂ ਗੱਲ ਕੀਤੀ ਸੀ PP-14 ਦੇ ਬਾਰੇ, ਜਿੱਥੇ ਕਲੈਸ਼ ਹੋਇਆ PP-14 ਜਿਹੜਾ ਕਿ ਗਲਵਾਨ ਰਿਵਰ ਦੇ ਵਿੱਚ ਸਥਿਤ ਹੈ, ਉਸ ਏਰੀਏ ਦੀ। ਅੱਜ ਮੈਂ ਦੁਬਾਰਾ ਤੋਂ ਤੁਹਾਨੂੰ ਦੱਸਣਾ ਕਿ ਪ੍ਰੈਜ਼ੈਂਟ ਜਿਹੜੀ ਹੈ ਸਟੇਟ ਜਾਂ ਪ੍ਰੈਜ਼ੈਂਟ ਸਥਿਤੀ ਕੀ ਹੈ। ਇਹ ਤੁਸੀਂ ਵੇਖੋਗੇ ਮੈਪ 'ਚ, ਇਹ ਜਿਹੜੀ ਜਾਂਦੀ ਹੈ LAC, ਆਹ ਡਾਟਰ ਲਾਈਨ ਨਾਲ ਦਿਖਾਈ ਗਈ ਹੈ, ਇਹ ਪਿੰਗੋਂਗਸੇ ਲੇਕ ਹੈ ਏਰੀਆ, ਜਿਹੜਾ ਕਿ ਮੈਂ ਵਿਸਤਾਰਪੂਰਵਕ ਦੂਸਰੇ ਸਲਾਈਡ 'ਚ ਤੁਹਾਡੇ ਨਾਲ ਗੱਲ ਕਰਾਂਗਾ। ਇਹ ਏਰੀਆ ਜਿਹੜਾ ਹੈਗਾ ਗੋਗਰਾ ਜਾਂ ਹੌਟ ਸਪਰਿੰਗ ਏਰੀਆ ਹੈ। ਔਰ ਉੱਪਰ ਚੱਲ ਜਾਈਏ ਲਾਈਨ ਆਫ ਐਕਸ਼ਨ ਜਿੱਥੇ ਕਿ ਝੜਪ ਹੋਈ ਸੀ, ਇਹ ਗਲਵਾਨ ਰਿਵਰ ਦੇ ਜਿਹੜੀ ਕਿ ਇਹ ਰੋਡ ਜਾ ਰਹੀ ਹੈ ਦਰਬਕ ਸ਼ੋਖ ਓਲਡ ਦੌਲਤ ਬੇਗ ਓਲਡੀ ਜਿਹੜਾ 에ਅਰ ਬੇਸ ਹੈ, ਉੱਥੋਂ ਤੱਕ ਜਿਹੜੀ ਰੋਡ ਜਾ ਰਹੀ ਹੈ, ਉੱਥੋਂ ਹੀ ਨਿਕਲਦੀ ਇੱਕ ਜਿਹੜੀ ਹੈ ਇਹ ਜਿਹੜੀ ਹੈ ਗਲਵਾਨ ਰਿਵਰ, ਉੱਥੇ ਜਿੱਥੇ ਝੜਪ ਹੋਈ ਸੀ ਉਹ ਏਰੀਆ। ਅਤੇ ਹੁਣ ਦਾ ਦੌਲਤ ਬੇਗ ਏਰੀਆ ਦਾ ਜਿਹੜਾ ਪ੍ਰੈਜ਼ੈਂਟ ਸਟੇਟ ਹੈ, ਇੱਥੋਂ ਜਿੱਥੇ ਕਿ ਚਾਈਨੀਜ਼ ਹੁਣ ਵੇਖੇ ਗਏ ਨੇ, ਜਿਹੜਾ ਕਿ ਕਾਰਾਕੋਰਮ ਦੇ ਨਜ਼ਦੀਕ ਨੀਚੇ ਪਲੇਨ ਏਰੀਆ ਹੈ, ਜਿਹਨੂੰ ਕਿ ਅਸੀਂ ਡੈਪਸਿੰਗ ਕਹਿੰਦੇ, ਇਹਦਾ ਜਗ੍ਹਾ ਦਾ ਨਾਮ ਹੈ ਡੈਪਸਿੰਗ ਏਰੀਆ। ਇਹ ਇੱਕ ਨਵਾਂ ਏਰੀਆ ਜੋ ਕਿ ਮੌਜੂਦਾ ਕਾਰਨ ਆਇਆ ਹੋਂਦ 'ਚ ਆਇਆ, ਜਿਹੜਾ ਕਿ ਗਲਵਾਨ ਵੈਲੀ ਦੇ ਵਿੱਚ ਸਥਿਤ ਹੈ। ਇਹ ਦੋ ਗਲਵਾਨ ਵੈਲੀ ਸਥਿਤ ਨੇ, ਇੱਕ ਡਾਊਨ ਸਾਊਥ ਪਿੰਗੋਂਗਸੇ 'ਚ ਹੈ। ਹੁਣ ਮੈਂ ਤੁਹਾਨੂੰ ਵਿਸਤਾਰਪੂਰਵਕ ਇਹਨਾਂ ਬਾਰੇ ਏਰੀਆ ਬਾਰੇ ਸਥਿਤੀ ਦੱਸਾਂਗਾ ਕੀ ਹੈ। ਇਹ ਆਉਂਦੇ ਹਾਂ ਅਸੀਂ ਪਿੰਗੋਂਗਸੇ ਲੇਕ 'ਚ, ਜਿਸ 'ਚ ਆਪਾਂ ਫਿੰਗਰਸ ਬੜੀਆਂ ਕਲੀਅਰਲੀ ਮੈਂ ਇੱਥੇ ਪੁਆਇੰਟ ਆਊਟ ਕੀਤੀਆਂ ਨੇ। ਫਿੰਗਰ 1 2 3 4 5 6 7 8 ਫਿੰਗਰਸ ਨੇ ਪਿੰਗੋਂਗਸੇ ਲੇਕ ਏਰੀਏ 'ਚ। ਇਹ ਇਹਨੂੰ ਕਹਿੰਦੇ ਨੇ ਪਿੰਗੋਂਗਸੇ ਏਰੀਆ। ਜਿਹੜਾ ਪਿੰਗੋਂਗਸੇ ਲੇਕ ਹੈ ਇਹ 134 ਕਿਲੋਮੀਟਰ ਲੰਬੀ ਲੇਕ ਹੈ, ਜਿਹੜੀ ਕਿ 1/3 ਸਾਡੇ ਕੋਲ ਹੈ, ਸਾਡੇ ਮਤਲਬ ਏਰੀਏ 'ਚ ਆਉਂਦੀ ਹੈ, ਔਰ ਬਾਕੀ ਚਾਈਨਾ 'ਚ। ਸਾਡੀ ਪਰਸੈਪਸ਼ਨ ਦੇ ਮੁਤਾਬਕ ਜਦੋਂ LAC, ਤੁਹਾਨੂੰ ਪਤਾ ਕਿ ਪੂਰੀ ਲਾਈਨ ਨਹੀਂ ਹੈ, ਮੌਜੂਦਾ ਜਿਹੜੀ ਲਾਈਨ ਹੈ ਆਹ ਰੈੱਡ ਲਾਈਨ 'ਤੇ ਦਿਖਾਈ ਗਈ ਹੈ, ਫਿੰਗਰ 4 ਤੋਂ ਜਿਹੜੀ ਜਾ ਰਹੀ ਹੈ ਪਿੰਗੋਂਗਸੇ ਲੇਕ ਔਰ 4 ਫਿੰਗਰ ਤੋਂ, ਇਹ ਮੌਜੂਦਾ ਲਾਈਨ ਹੁਣ ਹੈ ਜਿੱਥੇ ਕਿ ਚਾਈਨੀਜ਼ ਬੈਠੇ ਨੇ। ਸਾਡਾ ਪਰਸੈਪਸ਼ਨ ਸੀ ਕਿ ਫਿੰਗਰ 8 ਤੱਕ ਸਾਡੀ LAC ਹੈ। ਚਾਈਨੀਜ਼ ਦਾ ਪਰਸੈਪਸ਼ਨ ਇਹ ਸੀ ਕਿ ਫਿੰਗਰ 2 ਤੱਕ LAC ਹੈ, ਫਿੰਗਰ 2 ਤੱਕ। ਉਹ ਕਹਿੰਦੇ ਸੀ ਸਾਡੀ ਮੌਜੂਦਾ ਪੋਜੀਸ਼ਨ ਜਿਹੜੀ ਸੀ ਪਹਿਲਾਂ, ਉਹ ਫਿੰਗਰ 3 ਸੀ, ਜਿੱਥੇ ਕਿ ITBP ਦੀ ਪੋਸਟ ਸੀ। ਪੈਟਰੋਲਿੰਗ ਸਾਡੀ 4 'ਚ ਆਉਂਦੀ ਸੀ, 5 'ਚ 6 ਤੱਕ ਜਾਂਦੀ ਸੀ, ਔਰ ਅਸੀਂ ਪਿੰਗੋਂਗਸੇ ਲੇਕ ਥਾਣੀ ਵੀ ਪੈਟਰੋਲਿੰਗ ਮੋਟਰ ਬੋਟ ਨਾਲ ਕਰਦੇ ਸੀ, ਜਿਹੜੀ ਕਿ ਫਿੰਗਰ 8 ਤੱਕ ਜਾਂਦੀ ਸੀ, ਔਰ ਇਹ ਚੱਲਦਾ ਰਿਹਾ ਸੀ ਕੰਮ। ਪੈਟਰੋਲਸ ਮਿਲਦੀਆਂ ਨੇ। ਜਦੋਂ ਇੱਕ ਚੀਜ਼ ਸਮਝਣਾ ਬਹੁਤ ਜ਼ਰੂਰੀ ਹੈ, ਪੈਟਰੋਲ ਕੋਈ
ਉਹ ਹਿੱਸੇ ਦਾ ਕੰਟਰੋਲ ਨਹੀਂ ਹੁੰਦਾ। ਪੈਟਰੋਲਿੰਗ ਦਾ ਮਤਲਬ ਕਿ ਜਿਵੇਂ ਪ੍ਰਾਹੁਣਾ ਤੁਹਾਡੇ ਘਰ ਆਇਆ ਤੇ ਆ ਕੇ ਚਲਾ ਗਿਆ, ਪਰ ਜੇ ਪ੍ਰਾਹੁਣਾ ਆ ਕੇ ਢਾਹ ਕੇ ਤੁਹਾਡੇ ਕੋਲ ਪ੍ਰਾਪਰਟੀ ਦੇ ਨਾਂ ਲਿਖਾ ਦੇ ਫਿਰ ਉਹ ਕੰਟਰੋਲ ਬਣ ਜਾਂਦਾ। ਸਮਝ ਗਏ? ਇੱਕ ਆਮ ਲੈਂਗੁਏਜ 'ਚ ਮੈਂ ਸਮਝਾ ਰਿਹਾ ਹਾਂ ਤੁਹਾਨੂੰ। ਪੈਟਰੋਲਿੰਗ ਜਿਹੜੀ ਆਉਂਦੀ ਸੀ, ਇੱਕ ਦੂਜੇ ਨੂੰ ਦੂਰੋਂ ਹੱਥ ਹਿਲਾਈਦਾ ਸੀ, ਵਾਪਸ ਚੱਲ ਜਾਂਦੀ। ਇਹ ਕੰਮ ਚੱਲਦਾ ਰਿਹਾ ਬਹੁਤ ਦੇਰ ਦਾ। ਇਹ ਪਹਿਲੀ ਵਾਰ ਹੋਇਆ 75 ਤੋਂ ਬਾਅਦ ਕਿ ਇੱਕ ਖੂਨੀ ਝੜਪ ਜਿਹਦੇ ਕਿ ਸ਼ਹਾਦਤ ਦਿੱਤੀ ਗਈ ਸਾਡੇ ਜਵਾਨਾਂ ਦੀ 20 ਦੀ, ਜਿਸ 'ਚ ਇੱਕ CO 16 ਬਿਹਾਰ, ਪਹਿਲਾਂ ਉਹਦੇ 2 ਜਵਾਨ ਉਹਨਾਂ ਨਾਲ ਜਿਹੜੀ ਸ਼ਹਾਦਤ ਪ੍ਰਾਪਤ ਕੀਤੀ, ਉਸ ਤੋਂ ਬਾਅਦ 20 ਜਵਾਨ ਰਾਤ ਨੂੰ ਪਤਾ ਲੱਗ ਕੇ ਸ਼ਹੀਦ ਹੋ ਗਏ। ਫਿਰ ਸਾਨੂੰ ਅਗਲੇ ਦਿਨ ਪਤਾ ਲੱਗਦਾ ਕਿ 2 ਅਫਸਰ ਅਤੇ 10 ਜਵਾਨ ਸਾਡੇ ਉਹਨਾਂ ਨੇ ਪ੍ਰਿਜ਼ਨਰਸ ਬਣਾਏ ਨੇ ਜਾਂ ਉਹਨਾਂ ਨੇ ਪਕੜ ਕੇ ਰੱਖੇ ਨੇ। ਇਹ ਗੱਲ ਵੱਖਰੀ ਕਿ ਇਸ ਬਾਰੇ ਜਦੋਂ ਗਈ ਹੈ ਪੈਟਰੋਲ, ਆਪਸ 'ਚ ਲੜਾਈ ਹੋਈ ਹੈ, ਉਹਨਾਂ ਨੇ ਪਹਿਲਾਂ ਹੀ ਪ੍ਰੀ ਪਲਾਨਡ ਬੈਠੇ ਸੀ, ਉਹਨਾਂ ਨੇ ਆਪਣੀ ਫੋਰਸਿਸ ਉੱਥੋਂ ਬਦਲਤੀਆਂ ਸੀ ਪਹਿਲੀਆਂ, ਔਰ ਉਹ ਡੰਡਿਆਂ ਨਾਲ ਲੜਾਈ ਜਿਹੜੀ ਸ਼ੁਰੂ ਹੋਈ। ਹੁਣ ਪੈਂਗੋਂਗ ਸੇ ਦੀ ਮੈਂ ਗੱਲ ਕਰਨਾ, ਫਿਰ ਮੈਂ ਜਾਵਾਂਗਾ ਉੱਥੇ ਤੁਹਾਨੂੰ ਡਿਟੇਲ ਦੱਸਾਂਗਾ। ਫਿੰਗਰ 4 ਦੇ ਉੱਤੇ ਤੁਸੀਂ ਵੇਖੋਗੇ, ਫਿੰਗਰ 4 ਇੱਕ ਬਹੁਤ ਅਹਿਮ ਚੀਜ਼ ਹੈ ਜੀ, ਇਹ ਵੇਖਣ ਵਾਲੀ ਹੈ ਕਿ ਜਿਹੜਾ ਸੱਜੇ ਪਾਸੇ ਪੂਰਬੀ ਹਿੱਸਾ ਹੈ ਉਹ ਬੜਾ ਢਲਾਨ ਬਿਲਕੁਲ ਨੀਚੇ ਨੂੰ ਆਉਂਦੀ ਹੈ, ਇੱਕ ਬੜੀ ਢਲਾਨ ਜਿਹੜੀ ਨੀਚੇ ਨੂੰ ਆਉਂਦੀ ਹੈ, ਔਰ ਨੀਚੇ ਆ ਕੇ ਉਹ ਜਦੋਂ ਲੇਕ ਵੱਲ ਆਉਂਦੀ ਹੈ ਤੇ ਇੱਕ ਬੀਚ ਦੀ ਤਰ੍ਹਾਂ ਦੀ ਬਿਲਕੁਲ ਖੁੱਲ੍ਹਾ ਮੈਦਾਨ ਜਿਹਾ ਬਣ ਜਾਂਦਾ। ਚਾਈਨਾ ਦੀ ਜਿਹੜੀ ਹੈ ਸੜਕ ਰੋਡ ਜਿਹੜੀ ਹੈ 2 ਲੇਨ, ਉਹ 4 ਇੱਥੋਂ ਤੱਕ ਆਈ ਹੈ। ਕਾਰਗਿਲ ਯੁੱਧ ਤੋਂ ਬਾਅਦ 2004 ਤੱਕ ਇਹਨਾਂ ਨੇ, ਉਦੋਂ ਸੜਕ ਕੋਈ ਨਹੀਂ ਹੁੰਦੀ ਸੀ। 1919 'ਚ ਮੈਂ ਖੁਦ ਕਾਰਗਿਲ ਵਾਰ ਤੋਂ ਬਾਅਦ ਇੱਥੇ ਗਿਆ, 99 ਤੋਂ ਬਾਅਦ ਕਾਰਗਿਲ ਦੀ ਲੜਾਈ ਤੋਂ ਬਾਅਦ ਮੈਂ ਗਿਆ। 2004 'ਚ ਇਹ ਸੜਕ ਜਿਹੜੀ ਰੋਡ ਇਹ ਬਣ ਚੁੱਕੀ ਸੀ। ਹੁਣ ਅਸੀਂ ਕਲੇਮ ਕਰਦੇ ਸੀ ਕਿ 8 ਤੱਕ ਹੈ ਜਾਂ 6 ਤੱਕ, ਜੋ ਵੀ ਤੁਸੀਂ ਕਹੋ, ਪਰਸੈਪਸ਼ਨ ਸਾਡਾ ਸੀ। ਅਗਰ ਸਾਡੀਆਂ ਪੈਟਰੋਲਸ ਜਾਂਦੀਆਂ ਸੀ, ਅਗਰ ਸਾਡੀ ਇੰਟੈਲੀਜੈਂਸ ਕੰਮ ਕਰਦੀ ਸੀ, ਇਹ ਰੋਡ ਫਿਰ ਉਹਨਾਂ ਨੇ 2004 'ਚ ਕਿਵੇਂ ਬਣਾ ਲਈ, ਜਿਹੜੀ ਕਿ ਫਿੰਗਰ 4 ਤੱਕ ਜਾਰੀ। ਉਸ ਤੋਂ ਇਲਾਵਾ ਫਿੰਗਰ 6 ਤੁਸੀਂ ਵੇਖੋਗੇ, ਇਹ ਸਿਰੀਜਪ ਏਰੀਆ ਹੈ, ਬੜਾ ਮਸ਼ਹੂਰ, ਜਿਹੜੀ ਕਿ ਆਹ ਜਿਹੜਾ ਇਹ ਗ੍ਰੇ ਏਰੀਆ ਇੱਕ ਪੈਚ ਤੁਹਾਨੂੰ ਦਿਖਾਈ ਦੇਗਾ, ਇਹਦੇ ਵਿੱਚ ਉਹਨਾਂ ਨੇ ਪ੍ਰੋਪਰ ਬੇਸ ਬਣਾਇਆ, ਜਿਹਦੇ ਕਿ ਜੈਟੀ ਬਣਾਈ ਹੈ, ਜਿਸ 'ਚ ਇੱਕ ਬੋਟਸ ਨੇ, ਮੋਟਰ ਬੋਟਸ ਨੇ, 11-15 ਮੋਟਰ ਬੋਟਸ ਖੜੀਆਂ ਨੇ, ਜਿਸ 'ਚ ਛੋਟਾ ਇੱਕ ਸ਼ਿਪ ਵੀ ਹੈ। ਔਰ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਪ੍ਰੋਪਰ ਬੇਸ ਬਣਾਇਆ, ਔਰ ਇੱਥੋਂ 4 ਫਿੰਗਰ 5 ਦਾ ਕੋਈ ਅਹਿਮੀਅਤ ਨਹੀਂ ਹੈ, ਉਹ ਫਿੰਗਰ 4 ਨੂੰ ਸੜਕ ਉਹਨਾਂ ਰੋਡ ਲੈ ਗਏ ਨੇ। ਇਸ ਵਕਤ ਫਿੰਗਰ 4 ਦੇ ਵਿੱਚ ਪ੍ਰੋਪਰ ਉਹਨਾਂ ਦੇ ਪਿਲ ਬਾਕਸਿਸ ਕਿਹੜੇ ਸਾਨੂੰ ਪਹਿਲਾਂ ਦਿਸਦੇ ਨਹੀਂ ਸੀ, ਕਿਉਂ ਜੋ ਸਾਡੇ ਵਾਲੇ ਪਾਸੇ ਫਿੰਗਰ 4 ਦੀ ਜਿਹੜੀ ਚਟਾਨ ਹੈ, ਜਿਹੜੀ ਉਹ ਇੱਕ ਆ ਰਹੀ ਹੈ ਫਿੰਗਰ, ਉਹ ਜਿਹੜੀ ਹੈ ਬਿਲਕੁਲ ਖੜੀ ਹੈ ਚਟਾਨਾਂ ਨੇ, ਢਲਵਾਨ ਨਹੀਂ, ਨਾ ਕੋਈ ਬੀਚ ਹੈ, ਨਾ ਕੋਈ ਥੱਲੇ ਕੋਈ ਹੈ। ਉਸ ਤੋਂ ਬਾਅਦ ਸਿੱਧਾ ਸਾਡਾ ਫਿੰਗਰ 3 ਆ ਜਾਂਦਾ, ਜਿੱਥੇ ਸਾਡੀ ITBP ਪੋਸਟ ਹੈ। ਇਹ ਆਲਮੋਸਟ ਜਿਹੜੀ ਹੈ ਜਿੱਥੇ ਸਾਨੂੰ ਫਿੰਗਰ 4 ਔਰ ਸ਼ੁਰੂ 'ਚ ਵੇਖੋਗੇ ਲੜਾਈ ਹੋਈ ਸੀ, ਧੱਕਾ ਮੁੱਕੀ, ਇਹ ਅਸੀਂ 300 ਮੀਟਰ ਆਪਸ 'ਚ ਰਹਿ ਗਏ ਸਾਂ। 300 ਮੀਟਰ, ਜਿਸ 'ਚ ਉਹਨਾਂ ਕਿਹਾ ਸੀ ਤੁਸੀਂ ਪਿੱਛੇ ਹਟ ਜਾਓ 4 ਤੋਂ, ਉਹਨਾਂ ਕਿਹਾ ਨਹੀਂ ਤੁਸੀਂ ਪਿੱਛੇ ਹਟ ਜਾਓ, 2 ਤੇ ਚੱਲ ਜਾਓ। ਇਹ ਝੜਪ ਹੋਈ ਸੀ। ਪੈਂਗੋਂਗ ਸੇ ਦੀ ਹੁਣ ਇੰਪੋਰਟੈਂਸ, ਪਰ ਸੇ ਪੈਂਗੋਂਗ ਸੇ ਗਲਵਾਨ ਵੈਲੀ ਵਾਂਗੂ ਸਟ੍ਰੈਟੇਜਿਕ ਇੰਪੋਰਟੈਂਸ ਨਹੀਂ ਹੈ, ਪਰ ਟੈਕਟੀਕਲ ਇੰਪੋਰਟੈਂਸ ਬਹੁਤ ਹੈ, ਕਿਉਂ ਜੋ ਪੂਰੀ ਲੇਕ ਨੂੰ ਕੰਟਰੋਲ ਕਰੇਗੀ। ਔਰ ਸਾਊਥ 'ਚ ਇਹਦਾ ਚਸ਼ੂਲ ਏਰੀਆ, ਔਰ ਅੱਗੋਂ ਜਿਹੜੀ ਰੋਡ ਹੈ ਸਾਨੂੰ ਸਿੱਧੀ ਲੇਹ ਨੂੰ ਆਉਂਦੀ ਹੈ, ਉਸ ਨੂੰ ਉਹ ਕੰਟਰੋਲ ਕਰਦੀ। ਇੱਕ ਮੈਂ ਇੱਥੇ ਪੁੱਛਣਾ, ਜਿਹੜੇ ਕਲਵਾਨ ਘਾਟੀ ਦੇ ਹੋਏ ਜਿਹੜੀ ਝੜਪ ਤੋਂ ਬਾਅਦ ਜਿਹੜੇ ਹੁਣ ਜਿਹੜੀ ਕਿ ਜਿਹੜੇ ਚੀਨ ਦੇ ਜਿਹੜੇ ਫੌਜੀ ਨੇ ਜਾਂ ਚੀਨ ਉਹ ਕਿੱਥੇ ਤੱਕ ਹੈਗੇ ਨੇ ਇਸ ਟਾਈਮ, ਔਰ ਉਦੋਂ ਜਿਹੜੀ ਆਪਣੇ ਵਾਲੀ ਸਾਈਡ 'ਤੇ ਉਹ ਕੀ ਹਰਕਤ ਕਰਨ ਦੀ ਉਹ ਕੋਸ਼ਿਸ਼ ਕਰ ਸਕਦੇ ਨੇ, ਅਤੇ ਉਹਨਾਂ ਨੇ ਕੀ ਉਸ ਸਾਈਡ ਕੋਈ ਬੰਕਰ ਜਾਂ ਕਿਸੇ ਚੀਜ਼ ਦੇ ਕੋ ਜਿਹੜਾ ਹੈ ਕਿ ਆਪਣੇ ਹਥਿਆਰ ਵਗੈਰਾ ਲਿਆਉਣੇ ਸ਼ੁਰੂ ਕੀਤੇ, ਤਾਂ ਉਹ ਕਿੱਥੇ ਸਟੋਰ ਕਰ ਸਕਦੇ, ਥੋੜ੍ਹਾ ਇਸ ਬਾਰੇ ਵਿੱਚ। 4 ਫਿੰਗਰ ਤੱਕ ਜੋ ਕਿ ਉਹ LAC ਸਮਝਦੇ ਨੇ ਜਾਂ ਜਿੱਥੇ ਬੈਠੇ ਨੇ ਉਹ LAC ਅਜੇ ਵੀ 2 ਕਹਿੰਦੇ 2 ਤੱਕ ਹੈ, ਇਹਦੇ ਪਿੱਛੇ ਚੱਲ ਜਾਓ, ਉਹ ਤੱਕ ਅਸੀਂ ਪੈਟਰੋਲਿੰਗ ਕਰਾਂਗੇ 2 ਤੱਕ, ਅਸੀਂ 4 ਤੇ ਬੈਠੇ ਹਾਂ, ਅਸੀਂ ਆਪਣੇ ਇਲਾਕੇ 'ਚ ਬੈਠੇ ਹਾਂ। 4 ਫਿੰਗਰ 'ਚ ਉਹਨਾਂ ਨੇ ਪਿਲ ਬਾਕਸਿਸ ਬਣਾਏ ਨੇ। ਪਿਲ ਬਾਕਸ ਹੁੰਦਾ ਜਿਹੜਾ ਕਿ ਪ੍ਰੋਪਰ ਕੰਕਰੀਟ ਦਾ ਬਾਕਸ ਹੁੰਦਾ, ਜਿਸ 'ਚ ਇੱਕ ਲੂਪ ਹੋਲਸ ਹੁੰਦੀ ਹੈ। ਉਹਨਾਂ ਦੇ ਕੈਰੋਗੇਟਡ ਟਿਨ ਸ਼ੈਡਸ ਬਣੇ ਪਏ ਨੇ, ਮੋਰਚੇ ਨੇ, ਔਰ ਜਿਵੇਂ ਦੱਸਿਆ ਮੈਂ ਤੁਹਾਨੂੰ, ਨੀਚੇ 4 ਦੇ ਬੇਸ ਦੇ ਵਿੱਚ ਉਹਨਾਂ ਨੇ ਪ੍ਰੋਪਰ ਬੈਰਕਾਂ ਬਣੀਆਂ ਨੇ, ਜਿਹੜਾ ਬੀਚ ਏਰੀਆ ਦੱਸਿਆ।
बोट्स ने बैरकां बनियां ने, वो कोई सवाल नहीं कि पिछे मेरे सोचण के मुताबिक, ये मेरे व्यूज़ ने कि वो इस तो पिछे कभी हटणगे 4 तो। वो 3.5 वार वध रहे हैं उल्टा। इस नूं कित्थों तक सुलझाया जा सकता है? ये पेंगोंग से लेक की अज की हालात है। इत्थों तक नहीं, इत्थों पिंगर 4 तो जी लेक है 5 किलो, इत्थों दिखाई नहीं दे रही मैप च, 5 किलोमीटर चौड़ी है। उस तो बाद चशूल का एरिया जो बाकी आ जाता, दूजी रोड शुरू हो जाती साड़ी, वो एरिए तक भी अलाइनमेंट जी है अजे भी वो गलबात चल रही है, वो भी अजे फैसला नहीं होया। इत्थे तो पेंगोंगसे दे विच स्टेलमेट है, कोई फैसला नहीं होया। पर इत्थे कोई इहो जी झड़प नहीं हुई जिहड़ी कि हाथापाई दी। उस तो बाद शुरू तो बाद अज तक जिथे स्टेटस को मेनटेन किया जा रहा। एक पेंगोंग साहिब लेक की मैं गल करांगा तो पेंगोंग साहिब लेक का यही हिस्सा जिहड़ा है कि जिहड़ी 4 फिंगर तो ये लेक दे विच भी ये हिस्सा अपने कोल होएगा इस साइड कि ये भी चीन दे विच कितना हिस्सा होएगा तो साडे कोल कितना दा? ਉਹਦਾ 1/3 हिस्सा साढ़े को लेक का 134 चो 1/3 हिस्सा साढ़े को मेरा मतलब कि साढ़े LC के अंदर रहा। पर जे वो LC 2 तक ले जाते हैं तो फिर उन्ना एरिया होर घट जाता लेक का हिस्सा। पर असी सवाल ही पता होंगे, असी अपने मजबूत कर रहे हैं डिफेंसिस 3 ते। मैं कई चीज़ां क्लासीफाइड अपनी वो नहीं दसनिया चाहता असी की कर रहे हैं, पर असी मजबूत हाँ 3 ते। पर असी 4 तो नहीं उन्होंने पिछे हटा सके। स्टेटस को है हुण आने दूसरी जगह पे। दूसरी जगह है जिहदा कि ना जिहड़ा सेंट्रल एरिया च आती है। ये सेंट्रल एरिया जिहड़ा है इनू असीं कहते हैं गोगरा हॉट स्प्रिंग एरिया। ये कोई शौकदी या कोई महत्वपूर्ण रिवर नहीं है, एक पेरेनियल रिवर है जिहड़ी कि गलवान वैली चों आउंदी है, और एक रिवर एक आ रही छोटी जी जिहड़ी कि ज्वाइन करती है। ये सेंट्रल सैक्टर असीं कहने हैं। इनू पेंगोंग से ना जोड़िया जाए क्योंकि पेंगोंग से तो ये 90 किलोमीटर ऊपर है। LC जी है ये रेड ना विखाई गई है, ये जा रही है। पर चाइना का मत कहता है कि LC जी है जिमें कि येलो ना विखाई गई है लाइना, वो कहते कि LC इत्थों तक है। पहला चाइना ने इत्थे आके बंकर अपने बनाए सी, थोड़ी एक हट बनाई सी जिन्हों हट एरिया कहते सी, पर वो हुण हट गई है। साडी हुण हट इस एरिए च असीं उन्होंने कहने कि तुसीं अपने LC दे उत्तर परले पासे रहो। अजे इत्थे फिलहाल कोई फ्लैश पॉइंट नहीं है, पर सब तो चिंताजनक गल इस एरिए च ये वे कि उन्हों दी आ पिछे जो लिखा 12 किलोमीटर पिछे और 11 किलोमीटर पिछे उन्हों का बेस बहुत वड्डे वड्डे स्ट्रोंग बेस बनाए ने, जिस कि आर्मर ते आर्टिलरी तैनात ने। इस तरह तुसीं जो आप लिखा है LAC तो 3 किलोमीटर LAC तो उन्हों का आर्मर आ जिथे येलो के स्पॉट लगे ने, आ 2 इन्हों की सैकंड PLA आ लिखा बटालीन ये आ गई इत्थे। इत्थे हैगा उन्हों का आर्मर ते आर्टिलरी है, रोड आर्टिलरी। ਇਹਦਾ मतलब कि वो इस वैली चों जिहड़ा कि पिछे उन्होंने बहुत अच्छे बेस बनाए ने। ये सेंट्रल सैक्टर की गल करना, पेंगोंग से आप डिस्कस कर लिया, मिक्सअप नहीं करना इनू और उन्होंने। ये एरिया गोगरा और हॉट स्प्रिंग एरिया। इस इत्थे सिचुएशन ये वे इत्थे कोई नहीं हुई हत्ता मुक्की, कोई ये नहीं, कोई LAC का ज़्यादा कोई नहीं, सिर्फ वहीं कहने कि LAC आए, वो कहते LAC ये अज तक स्टेलमेट है। हुण मैं आना वा गलवान घाटी वाल। गलवान घाटी दे ये भी गलवान घाटी है, पर गलवान रिवर वाल आना। जिवें मैं पिछली बारी ब्रीफिंग दसिया सी, ये रोड जी है साडे लई स्ट्रेटजिक रोड जिन्होंने कहते DSDBO। ਇਹਦਾ मतलब है दरबुक श्योक दौलत बेग ओल्डी ਇਹ स्टेप वाली रोड। ये 250-255 किलोमीटर रोड जी असीं दरबुक तो बनाई सी। ये 2000 ਦੇ ਵਿੱਚ कारगिल युद्ध तो बाद उदों के डिफेंस मिनिस्टर जनरल अपना जॉर्ज फर्नांडिस उन्होंने इन्हें समझा सी कि इंफ्रास्ट्रक्चर जोड़ा है सानू स्ट्रोंग किया जाएगा। क्यों किया जाएगा? क्यों जो जी दौलत बेग ओल्डी एयर स्ट्रिप है या एयर बेस है हुण प्रॉपर, ये दौलत बेग ओल्डी जोड़ा सी ये 62 दे विच क्रिएट होया सी। 62 दे विच असीं एयर स्ट्रिप जी है ये एयर स्ट्रिप उन्होंने बनाया असीं एक छोटी जी एयर स्ट्रिप बनाई सी अपना काम चलाउण नूं 62 की वार च।
ਉਸ ਤੋਂ ਬਾਅਦ ਅਸੀਂ ਇਹਨੂੰ ਯੂਜ਼ ਕਰਨਾ ਬੰਦ ਕਰਤਾ। ਕੋਈ ਰੋਡ ਨਹੀਂ ਸੀ ਜਾਂਦੀ, ਕੋਈ ਨਾ ਸੈਚਨ ਸੀ ਜਿਹੜਾ ਖੱਬੇ ਪਾਸੇ ਹੈ, ਔਰ ਨਾ ਉਹ ਸੀ, ਨਾ ਇਹਨਾਂ ਨੇ ਇਹ ਰੋਡ ਬਣਾਈ ਸੀ ਕਾਰਾਕੋਰਮ ਵਾਲੀ ਜਿਹੜੀ ਕਿ ਚਾਈਨਾ ਅਤੇ ਪਾਕਿਸਤਾਨ ਨੇ ਜੋੜੀ ਹੈ। ਸੋ ਇਸ ਵਿੱਚ ਕੋਈ ਪ੍ਰੈਜ਼ੈਂਸ ਨਹੀਂ ਸੀ, ਨਾ ਗਲਵਾਨ ਘਾਟੀ 'ਚ ਕੋਈ ਪ੍ਰੈਜ਼ੈਂਸ ਸੀ, ਨਾ ਸਾਡੀ ਕੋਈ ਪ੍ਰੈਜ਼ੈਂਸ ਸੀ ਇੱਥੇ ਜ਼ਿਆਦਾ ਸੀ। ਅਸੀਂ 2008 'ਚ ਦੁਬਾਰਾ ਦੌਲਤ ਬੇਗ ਓਲਡੀ ਨੂੰ ਰਿਵਾਈਵ ਕੀਤਾ ਔਰ ਆਪਣਾ AN-12 ਜਿਹੜਾ ਜਹਾਜ਼ ਉੱਥੇ ਉਤਾਰਿਆ ਸਟਿਪ ਨੂੰ ਠੀਕ ਕਰਕੇ। ਪਰ ਜਿਹੜੀ ਰੋਡ ਜਾ ਰਹੀ ਸੀ ਉਹ ਬਹੁਤ ਨੈਰੋ ਔਰ ਛੋਟੀ ਰੋਡ ਸੀ। ਉਸ ਰੋਡ ਨੂੰ ਅਸੀਂ 2019 ਸਾਲ ਲੱਗੇ ਸਾਨੂੰ, 2000 ਤੋਂ ਲੈ ਕੇ ਪਿਛਲੇ ਸਾਲ 2019 'ਚ ਇਨਾਗੂਰੇਟ ਹੋਇਆ ਇਹ ਪੁਲ ਜਿਹੜਾ ਬਣਿਆ ਅਸ਼ੋਕ ਰਿਵਰ ਤੋਂ, ਦਰਬੁਕ ਤੋਂ ਅਸ਼ੋਕ ਰਿਵਰ 'ਤੇ। ਔਰ ਇਹ ਰੋਡ ਜਿਹੜੀ ਹੈ ਦੌਲਤ ਬੇਗ ਓਲਡੀ ਤੱਕ 255 ਕਿਲੋਮੀਟਰ 255 ਕਿਲੋਮੀਟਰ ਲੰਬੀ, ਜਿਹਦੇ ਵਿੱਚ ਕਿ 37 ਪੁਲ ਜਿਹੜੇ ਨੇ ਉਹ ਪ੍ਰੋਪਰ ਆਰਮੀ ਟਰੱਸਟ ਦੇ ਬਣਾਏ, ਜਿਹਦਾ ਮਤਲਬ ਕਿ ਆਲ ਵੈਦਰ ਰੋਡ ਹੈ, ਜਦੋਂ ਮਰਜ਼ੀ ਮੂਵ ਕਰ ਸਕਦੇ ਨੇ। 에ਅਰ ਬੇਸ ਨੂੰ ਅਸੀਂ ਕਰਤਾ ਵੱਡਾ, ਜਿੱਥੇ AN-12 ਉਤਰਦਾ ਸੀ ਉਹ ਇਸ ਵੇਲੇ C-70 ਹਰਕੁਲੀਜ਼ ਔਰ ਜਿਹੜਾ ਵੱਡਾ ਜਹਾਜ਼ ਨੇ, ਉਹ ਸਭ ਤੋਂ ਵੱਡੇ ਜਹਾਜ਼ ਵੀ ਉੱਥੇ ਟਰਾਂਸਪੋਰਟਰ ਜਿਹੜੇ ਨੇ ਉਹ ਉਤਰ ਸਕਦੇ। ਸੋ ਇਸ ਕਰਕੇ ਇਹ ਬੜੀ ਸਟ੍ਰੈਟਜਿਕ ਰੋਡ ਜਿਹੜੀ ਹੈ, ਉਹਦੇ ਨਾਲ ਨਾਲ ਅਸੀਂ ਕੀ ਕੀਤਾ ਕਿ ਇੱਥੇ ਆ ਜਿਹੜੀ ਗਲਵਾਨ ਰਿਵਰ ਜਿੱਥੇ ਝਗੜਾ ਹੋਇਆ, ਕਲੈਸ਼ ਹੋਇਆ, ਇਹ ਗਲਵਾਨ ਰਿਵਰ ਤੁਸੀਂ ਵੇਖੋ ਕਿ ਇਹ ਜਾਂਦੀ ਹੈ ਔਰ LAC ਨੂੰ ਕ੍ਰਾਸ ਕਰਦੇ ਅੱਗੋਂ ਬੈਂਡ ਹੁੰਦਾ ਹੈ ਔਰ ਬੈਂਡ ਹੋ ਕੇ ਇਹ ਚਲ ਜਾਂਦੀ ਅੱਗੇ ਔਰ ਪਾਣੀ ਇਹਦਾ ਫਲੋ ਕਰਦਾ ਅਸ਼ੋਕ ਰਿਵਰ ਨੂੰ ਈਸਟ ਤੋਂ ਵੈਸਟ ਨੂੰ। ਇਸ ਰਿਵਰ ਦੇ ਨਾਲ ਨਾਲ ਵੀ ਅਸੀਂ ਇੱਕ ਲਿੰਕ ਰੋਡ ਬਣਾਤੀ ਜਿਹੜੀ ਕਿ LAC ਤੱਕ ਜਾਂਦੀ, ਜਿੱਥੇ ਕਿ PP-14 ਸੀ, ਇੱਥੇ ਲਿਖਿਆ ਨਹੀਂ, ਪਰ ਜਿੱਥੇ ਕਲੈਸ਼ ਹੋਇਆ PP-14 ਦਾ ਏਰੀਆ ਕਹਿਲਾ ਜਾਂਦਾ। ਇਹ ਮੇਰੇ ਖਿਆਲ ਚਾਈਨੀਜ਼ ਨੂੰ ਰਾਸ ਨਹੀਂ ਆਇਆ, ਉਹਨਾਂ ਨੇ ਗਲਵਾਨ ਰਿਵਰ ਦੇ ਨਾਲ ਨਾਲ ਬਿਲਡਅਪ ਕਰਨਾ ਸ਼ੁਰੂ ਕਰਤਾ ਆਪਣਾ, ਜਿਹੜਾ ਕਿ ਸੈਟਲਾਈਟ ਦੀਆਂ ਪਿਕਚਰਸ ਹੁਣ ਸ਼ੋਅ ਕਰਦੀਆਂ। ਇਸ ਵਕਤ ਜੋ ਏਰੀਆ ਇਸ ਏਰੀਏ 'ਚ ਹਾਲਾਤ ਨੇ, ਉਹ ਡੈਮ 'ਤੇ ਕੰਮ ਦੁਬਾਰਾ ਸ਼ੁਰੂ ਹੋ ਗਿਆ। ਇੱਥੋਂ ਤੱਕ ਉਹਨਾਂ ਬੰਕਰ ਬਣਾਉਣੇ ਸ਼ੁਰੂ ਕਰਤੇ ਨੇ ਔਰ 14 ਜਿਹੜਾ ਪੁਆਇੰਟ ਹੈ ਤੇ ਦੁਬਾਰਾ ਆ ਕੇ ਉਹਨਾਂ ਨੇ ਬੰਕਰ ਬਣਾ ਲਏ ਨੇ ਔਰ ਆਕੂਪਾਈ ਕਰ ਲਿਆ। ਇੱਥੋਂ ਤੱਕ ਵੀ ਸੁਣ 'ਚ ਆਇਆ ਕਿ ਕੁਛ ਹਿੱਸੇ ਤੱਕ ਉਹ ਸਾਡੇ ਇਲਾਕੇ 'ਚ ਵੀ ਆ ਗਏ ਨੇ, ਕੁਛ ਗਜ਼ ਉਹ ਸਾਡੇ ਮੁਤਾਬਕ ਨੇ। ਹੁਣ ਇੱਥੇ ਵੀ ਸਟੇਲਮੇਟ ਹੈ, ਕਿਉਂ ਜੋ ਅਜੇ ਕੋਈ ਐਕਸ਼ਨ ਨਹੀਂ, ਇਹਨਾਂ ਸਿਰਫ ਗੱਲਬਾਤ ਚੱਲ ਰਹੀ ਹੈ, ਡਿਪਲੋਮੈਟਿਕ ਜਾਂ ਟਾਕਸ ਚੱਲ ਰਹੀਆਂ ਨੇ। ਇਹਦੇ ਨਾਲ ਨਾਲ ਹੀ ਇਹਨਾਂ ਨੇ ਉੱਪਰ ਜਿਹੜੇ ਪਹਿਲੇ ਮੈਪ 'ਚ ਤੁਹਾਨੂੰ ਮੈਂ ਵਿਖਾਇਆ ਸੀ, ਪਹਿਲਾ ਮੈਪ ਮੈਂ ਦੁਬਾਰਾ ਜਾਣਾ ਵਾਂ, ਆਹ ਜਿਹੜਾ ਏਰੀਆ ਹੈ ਦੌਲਤ ਬੇਗ ਓਲਡੀ ਦਾ, ਇਹਦੇ ਆਪੋਜ਼ਿਟ ਜਿਹੜਾ ਮੈਂ ਪਹਿਲਾਂ ਨਾਮ ਯੂਜ਼ ਕੀਤਾ ਸੀ ਡੈਪਸੰਗ, ਇਹ ਡੈਪਸੰਗ ਏਰੀਆ ਦੇ ਵਿੱਚ ਜਿਹੜਾ ਕਿ ਕਾਰਾਕੋਰਮ ਹਾਈਵੇ ਦੇ ਕੋਲ ਤੁਸੀਂ ਇਹ ਵੇਖੋ ਕਿ ਦੌਲਤ ਬੇਗ ਓਲਡੀ ਜਿਹੜੀ ਹੈ 에ਅਰ ਸੇਪੇਜ 에ਅਰ ਬੇਸ ਹੈ, ਇਹਦੇ ਖੱਬੇ ਪਾਸੇ ਨਾਲ ਹੀ ਇਸ ਰੋਡ ਤੋਂ ਨਾਲ ਹੀ ਇਹ ਦੌਲਤ ਬੇਗ ਓਲਡੀ ਨੂੰ ਜਾਂਦੇ ਆ। ਐਕਚੁਅਲੀ ਆਹ 에ਅਰ ਬੇਸ ਹੈ, ਇਹਦੇ ਸੈਚਨ ਹੈ, ਆਹ ਪਾਕਿਸਤਾਨ ਹੈ, ਆਹ ਸੈਚਨ ਹੈ, ਆਹ ਚਾਈਨਾ ਹੈ, ਇੰਨਾ ਏਰੀਆ ਵਿੱਚ ਰਹਿ ਗਿਆ। ਆਹ ਕਾਰਾਕੋਰਮ ਹੈ ਹਾਈਵੇ, ਜਿਹੜਾ ਕਿ ਇੱਥੋਂ ਦੌਲਤ ਬੇਗ ਓਲਡੀ ਤੋਂ ਕ੍ਰੋਸ ਫਲਾਈਟ ਜਿਹੜਾ ਸਿੱਧਾ ਹੈ, ਹਵਾ ਦਾ ਡਿਸਟੈਂਸ ਸਿਰਫ 10 ਕਿਲੋਮੀਟਰ ਹੈ ਪਾਸ। ਔਰ ਜਿਹੜਾ ਇੱਥੋਂ ਰੋਡ ਜਾ ਰਹੀ ਹੈ ਇਹਨਾਂ ਨੂੰ ਉਸ ਤਰ੍ਹਾਂ 20-25 ਕਿਲੋਮੀਟਰ ਹੈ ਜੇ ਰੋਡ ਥਾਂ ਜਾਣਾ ਚਾਹੇ ਉਹਨੂੰ ਡਿਵੈਲਪ ਕਰਕੇ। ਸੋ ਚਾਈਨੀਜ਼ ਨੂੰ ਇੱਥੇ ਇਹਨਾਂ ਲਿਆ ਕੇ ਆਪਣੀ ਇੱਥੇ ਵੀ ਫੌਜ ਬਿਠਾਤੀ। ਸੋ ਆਹ ਏਰੀਆ ਆਕੂਪਾਈਡ ਹੈ, ਗੈਲਵਰ ਰਿਵਰ ਦਾ ਆਕੂਪਾਈਡ ਹੈ, ਗੋਗਰਾ ਆਕੂਪਾਈਡ ਹੈ ਅਤੇ ਪਿੰਗੋਂਗ ਸੇ, ਇਹ 4 ਏਰੀਏ ਜਿਹੜੇ ਨੇ ਇਹ ਆਕੂਪਾਈਡ ਨੇ। ਸਾਨੂੰ ਇੱਕ ਜਿਹੜੀ ਉਹਨਾਂ ਦੀ ਆਹ ਰਲ ਕੇ ਇਹ ਉਹਨਾਂ ਵਾਸਤੇ ਰੋਡ ਜਿਹੜੀ ਬਹੁਤ ਅਹਿਮ ਹੈ, ਜਿਹੜੀ ਸਾਡੇ ਵਾਲੀ ਸਟ੍ਰੈਟਜਿਕ ਰੋਡ ਹੈ, ਕਿਉਂ ਜੋ ਕਿਸੇ ਵਕਤ ਵੀ ਉਹ ਸਮਝਦੇ ਨੇ ਕਿ ਉਹਨਾਂ ਨੂੰ ਖਤਰਾ ਹੈ ਕਾਰਾਕੋਰਮ ਹਾਈਵੇ 'ਤੇ। ਔਰ ਜਿਹੜੀ ਉਹਨਾਂ ਨੂੰ ਰੋਡ ਮੈਂ ਉਸ ਨੂੰ ਜ਼ਿਕਰ ਕੀਤਾ ਸੀ CPC, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ, ਕਾਰਾਕੋਰਮ ਤੋਂ ਜਿਹੜੀ ਉਧਰੋਂ ਉੱਪਰ ਨੂੰ ਬਾਲਟਿਸਤਾਨ, ਆਹ ਬਾਲਟਿਸਤਾਨ ਦਾ ਹਿੱਸਾ ਹੈ, ਨੀਚੇ ਗਿਲਗਿਤ ਪੈਂਦਾ, ਇਹ ਅਸ਼ੋਕ ਰਿਵਰ ਜਾ ਕੇ ਇਹ ਇੱਧਰ ਨੂੰ ਨੁਬਰਾ ਵੈਲੀ ਜਾ ਕੇ ਉਹਦੇ ਜਾ ਕੇ ਤੁਰਕ ਤੋਂ ਪਾਕਿਸਤਾਨ 'ਚ ਬਾਲਟਿਸਤਾਨ 'ਤੇ ਮਿਲ ਜਾਂਦੀ ਅੰਦਰ। ਸੋ ਗਲਵਾਨ ਵੈਲੀ ਉਹਨਾਂ ਨੂੰ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਇਹ ਅਸ਼ੋਕ ਰਿਵਰ ਨੂੰ ਸਿੱਧਾ ਬਾਲਟਿਸਤਾਨ ਨਾਲ ਜੋੜਦੀ ਹੈ
ਉੱਤੋਂ ਦੀ ਵੀ ਉਹਨਾਂ ਕੋਲ ਰਸਤਾ ਹੈ ਤੇ ਨੀਚੋਂ ਦੀ ਵੀ ਉਹ ਰਸਤਾ ਅਗਰ ਬਣਾ ਲੈਣ ਤੇ ਉਹਨਾਂ ਦੀ ਬਹੁਤ ਉਹਨਾਂ ਨੂੰ ਆਸਾਨ ਹੋ ਜਾਂਦਾ ਹੈ ਬਾਲਿਸਤਾਨ ਨਾਲ, ਜਿਹੜਾ ਕਿ ਮੌ ਜ਼ੇਤੁੰਗ ਦਾ ਇੱਕ ਸੁਪਨਾ ਸੀ ਕਿ ਮੈਂ ਪੂਰਾ ਜੋੜ ਦੇਣਾ ਬਾਲਿਸਤਾਨ ਤੇ ਇਹ ਗਿਲਗਿਤ ਏਰੀਆ ਨੂੰ ਚਾਈਨਾ ਦੇ ਨਾਲ। ਦੂਸਰਾ ਜੀ ਇੱਥੇ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਾਂਗਾ ਕਿ ਡੈਮ ਵੱਲੋਂ ਅਸੀਂ ਕਿਉਂ ਇੰਨਾ ਕੰਸਰਨ ਹਾਂ ਕਿ ਡੈਮ ਨਹੀਂ ਬਣਨਾ ਚਾਹੀਦਾ। ਤੁਸੀਂ ਵੇਖੋਗੇ ਇਹ ਨਦੀਆਂ 'ਚ ਇੱਕ ਛੋਟੀ ਨਦੀ ਤੇ ਡੈਮ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਜਾਂ ਕਈਆਂ ਨੂੰ ਸ਼ਾਇਦ ਇਹ ਪਤਾ ਨਾ ਹੋਏ। ਮੈਂ ਚਾਹੁੰਦਾ ਹਾਂ ਮੈਂ ਇਸ ਟੀਵੀ 'ਤੇ ਤੁਹਾਡੀ ਇੰਟਰਵਿਊ ਦੇ ਮਾਧਿਅਮ ਦੇ ਥਰੂ ਸਾਰਿਆਂ ਦੀ ਜਾਣਕਾਰੀ, ਖਾਸ ਤੌਰ 'ਤੇ ਯੰਗਰ ਜਨਰੇਸ਼ਨ ਦੀ ਜਾਣਕਾਰੀ ਲਈ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੀਆਂ ਸਾਰੀਆਂ ਨਦੀਆਂ, ਮੇਜਰ ਨਦੀਆਂ ਜਿੰਨੀਆਂ ਵੀ ਨੇ ਇੰਡੀਆ 'ਚ ਫਲੋ ਕਰਦੀਆਂ ਔਰ ਸਾਊਥ ਈਸਟਰਨ ਜਾਂਦੀਆਂ ਨੇ ਨੀਚੇ ਈਵਨ ਥਾਈਲੈਂਡ ਤੱਕ, ਦੂਜੇ ਇਹ ਸਾਰੀਆਂ ਤਿੱਬਤ ਤੋਂ ਆਉਂਦੀਆਂ। ਇਹ ਸ਼ੋਕ ਰਿਵਰ ਵੀ ਜਿਹੜੀ ਹੈ ਕਾਰਾਕੋਰਮ ਤੋਂ ਆ ਰਹੀ ਹੈ ਨੀਚੇ ਨੂੰ ਔਰ ਪਾਕਿਸਤਾਨ ਐਂਟਰ ਕਰ ਜਾਂਦੀ। ਇਸ ਤਰ੍ਹਾਂ ਇੰਡਸ ਰਿਵਰ ਉਹ ਮਾਨਸਰੋਵਰ ਤੋਂ ਆਉਂਦੀ ਹੈ। ਉਸ ਪਰਬਤ ਤੋਂ ਸ਼ੁਰੂ ਹੋ ਕੇ 3180 ਕਿਲੋਮੀਟਰ ਲੌਂਗ ਇਹ ਰਿਵਰ ਹੈ। ਇਹ ਵੀ ਜਿਹੜੀ ਹੈ ਕਾਰਗਿਲ ਦੇ ਵਿੱਚੋਂ ਬਟਾਲਕ, ਜਿੱਥੇ ਕਿ ਮੇਰਾ ਹੈੱਡਕੁਆਟਰ ਸੀ, ਉਹ ਇੰਡਸ ਦੇ ਉੱਤੇ ਸੀ। ਉੱਥੋਂ ਜਾ ਕੇ ਇਹ ਪਾਕਿਸਤਾਨ 'ਚ ਜੁਆਇਨ ਕਰ ਜਾਂਦੀ ਹੈ। ਇੰਡਸ ਵੈਲੀ ਜਿਹਦੇ ਨਾਂ ਇੰਡੀਆ ਦਾ ਪਿਆ ਹੈ, ਇੱਕ ਬਹੁਤ ਪੁਰਾਣੀ ਔਰ ਬਹੁਤ ਮਸ਼ਹੂਰ ਰਿਵਰ ਹੈ। ਇਸ ਤਰ੍ਹਾਂ ਹੀ ਚਾਹੇ ਉਹ ਗੰਗਾ ਹੋਏ, ਬ੍ਰਹਮਪੁੱਤਰਾ ਹੋਏ, ਗੰਗਾ, ਯਮੁਨਾ ਹੋਏ, ਰਾਵਦੀ ਹੋਏ, ਸਤਲੁਜ ਹੋਏ, ਇਹ ਸਾਰੀਆਂ ਪੀਨੀਅਰ ਰਿਵਰ ਜਿਹੜੀਆਂ ਨੇ ਗਲੇਸ਼ੀਅਰਸ ਤੋਂ, ਤਿੱਬਤ ਦੇ ਗਲੇਸ਼ੀਅਰ ਤੋਂ ਸਾਰੀਆਂ ਨਿਕਲਦੀਆਂ ਨੇ। ਸੋ ਤਿੱਬਤ ਸਾਡੇ ਵਾਸਤੇ ਇਸ ਗੱਲੋਂ ਵੀ ਬਹੁਤ ਜ਼ਿਆਦਾ ਅਹਿਮ ਹੈ ਕਿ ਸਾਰੇ ਰਿਵਰ ਜਿਹੜਾ ਜਿੰਨਾ ਵੀ ਵਾਟਰ ਹੈ ਇਹ ਸਾਰਾ ਸਾਨੂੰ ਇੱਥੋਂ ਆ ਰਿਹਾ ਗਲੇਸ਼ੀਅਰ। ਸਰ, ਤੁਹਾਡੇ ਤਜਰਬੇ ਦੇ ਹਿਸਾਬ ਦੇ ਨਾਲ ਭਾਰਤ ਨੂੰ ਚੀਨ ਤੇ ਕਿਸ ਤਰ੍ਹਾਂ ਜਿਹੜਾ ਕਿ ਦਬਾਅ ਪਾਉਣਾ ਚਾਹੀਦਾ ਔਰ ਉਹਨੂੰ ਕਿਸ ਤਰ੍ਹਾਂ ਉਹਨੂੰ ਜਿਹੜਾ ਕਿ ਪਿੱਛੇ ਲਿਜਾਣਾ ਚਾਹੀਦਾ, ਥੋੜਾ ਉਸ ਬਾਰੇ ਵੀ ਜਾਣਕਾਰੀ ਦਿਓ। ਵੇਖੋ, ਇੱਕ ਤਾਂ ਡਿਪਲੋਮੈਟਿਕ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ, ਡਿਪਲੋਮੈਟਿਕ ਟਾਕਸ ਰਾਹੀਂ ਦਬਾਅ ਪੈ ਸਕਦਾ ਹੈ। ਕਿਸੇ ਥਰਡ ਪਾਵਰ ਨੂੰ, ਰਸ਼ੀਆ ਨੂੰ ਤੇ ਲਿਆਉਣ ਦਾ ਕੋਈ ਆਈਡੀਆ ਹੀ ਨਹੀਂ, ਨਾ ਕੋਈ ਅਮਰੀਕਾ ਨੂੰ ਲਿਆਉਣ ਦਾ ਆਈਡੀਆ। ਉਹਨਾਂ ਦੇ ਆਪੋ ਆਪਣੇ ਸਾਰੇ ਇੰਟਰਸਟ ਨੇ, ਨਾ ਕਿਸੇ ਹੋਰ ਨੂੰ ਪਾਉਣ ਦਾ ਹੈ। ਹੁਣ ਸਾਡਾ ਹੀ ਆਪਣੀ ਵਾਰ ਆਪ ਲੜਨੀ ਸਭ ਤੋਂ ਵੱਡੀ ਚੀਜ਼ ਹੈ ਕਿ ਡਿਪਲੋਮੈਟਿਕ। ਮੈਂ ਚਾਹੁੰਦਾ ਕਿ ਜਿਹੜੀ ਫੈਨ ਫੋਲੋਇੰਗ ਸਾਡੇ ਇੰਡੀਆ 'ਚ ਕ੍ਰੀਏਟ ਕੀਤੀ ਗਈ ਲੈਫਟਿਸਟ ਨੇ, ਜਾਂ ਜਿਹੜੇ ਚਾਈਨਾ ਨਾਲ ਹਾਮੀ ਭਰਦੇ ਨੇ ਵੀ ਚਾਈਨਾ ਬਹੁਤ ਤਕੜਾ, ਚਾਈਨਾ ਆਹ ਕਰ ਦੇਗਾ, ਪਹਿਲਾਂ ਤਾਂ ਉਹਨਾਂ ਨੂੰ ਅੰਡਰ ਅਰੈਸਟ ਕਰਨਾ ਚਾਹੀਦਾ। ਸਾਡੇ ਆਪਣੇ ਦੇਸ਼ 'ਚ ਕਈ ਬਿਊਰੋਕਰੇਟਸ ਨੇ, ਆਈਐਸ ਲੌਬੀ ਨੇ, ਜਿਨ੍ਹਾਂ ਦੇ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਡਿਪੈਂਡ ਕਰ ਰਹੇ ਨੇ, ਉਹਨਾਂ ਨੂੰ ਨਸੀਹਤ ਲੈ ਰਹੇ ਨੇ ਔਰ ਉਹ ਚਾਈਨਾ ਦੇ ਵੱਲੋਂ ਮਤਲਬ ਪੱਖ ਰੱਖਦੇ ਨੇ। ਬੜੀ ਹੈਰਾਨੀ ਦੀ ਗੱਲ, ਸਾਡੇ ਫੌਜ ਦਾ ਪੱਖ ਰੱਖਣ ਦੀ ਬਜਾਏ, ਸਾਡੇ ਕੋਲ ਚੀਜ਼ ਰੱਖਣ ਦੀ ਬਜਾਏ ਉਹਨਾਂ ਦਾ ਪੱਖ ਰੱਖਦੇ ਨੇ। ਪਹਿਲਾਂ ਤਾਂ ਉਹਨਾਂ ਦੀ ਜਿਹੜੀ ਫੈਨ ਫੋਲੋਇੰਗ ਉਹਨੂੰ ਖਤਮ ਕਰਨੀ ਚਾਹੀਦੀ। ਚਾਈਨੀਜ਼ ਦਾ ਜਿਹੜਾ ਸਟਾਕ ਅਸੀਂ ਤੋੜ ਰਹੇ ਹਾਂ, ਫੋੜ ਰਹੇ ਹਾਂ, ਜਿਹੜਾ ਪੋਲੀਟੀਕਲ ਲੈਵਲ ਦੇ ਉੱਤੇ ਅਸੀਂ ਇਹ ਗੇਮ ਸ਼ੁਰੂ ਕੀਤੀ ਹੈ, ਇਹਦਾ ਕੋਈ ਫਾਇਦਾ ਨਹੀਂ। ਕਿੰਨੇ ਖਿਡੌਣੇ ਮੋਬਾਈਲ ਤੋੜ ਦੋਗੇ? ਇਹਦਾ ਹਾਲ ਇਹ ਹੀ ਹੈ, ਜਿਹੜਾ ਗਰੀਬ ਬੰਦਾ ਹੈ ਉਹ ਵਿਚਾਰਾ ਨਹੀਂ ਲੈ ਸਕਦਾ, ਚਾਰਜਰ ਨਹੀਂ ਲੈ ਸਕਦਾ, ਉਹਨੂੰ ਮਤਲਬ ਕੋਈ ਨਹੀਂ ਮੇਡ ਇਨ ਚਾਈਨਾ ਜਾਂ ਕਿੱਥੇ ਲਿਖਿਆ, ਉਹਨੂੰ ਸਸਤਾ ਚਾਹੀਦਾ ਔਰ ਟਿਕਾਊ ਚਾਹੀਦਾ। ਪੁਰਾਣੀ ਸਾਡੀ ਟਾਰਚ ਹੁੰਦੀ ਸੀ, ਸੈੱਲ ਪਾ ਕੇ ਹਿਲਾ ਕੇ ਉਸ ਵੇਲੇ ਬੰਦ ਹੋ ਜਾਂਦੀ। ਇੰਡੀਆ ਮੇਡ, ਚਾਈਨਾ ਨੇ ਇਹੋ ਜਿਹੀ ਦਿੱਤੀ ਹੈ ਪਈ ਹੈ, ਜੇ ਤੁਸੀਂ ਉਸ ਵਿੱਚ ਨਾਲ ਲਾ ਦਿਓ ਉਸ ਵੇਲੇ ਚਾਰਜ ਹੋ ਜਾਂਦੀ ਹੈ। ਉਹ ਚੀਜ਼ ਜਿਹੜੀ ਬਣਾਉਂਦੇ ਨੇ ਠੀਕ ਬਣਾਉਂਦੇ ਨੇ, ਅਤੇ ਤੁਸੀਂ ਕੋਈ ਨਹੀਂ ਬਣਾ ਸਕਦੇ। ਨਹੀਂ ਬਣਾ ਸਕਦੇ ਤੇ ਤਾਇਵਾਨ ਤੋਂ ਤੇ ਵੀਅਤਨਾਮ ਤੋਂ ਲਓ, ਡਿਊਟੀ 31% ਤੋਂ ਘਟਾ ਕੇ 8% ਕਰੋ, ਉਦੋਂ ਵੀ ਸਸਤਾ ਕਰ ਦਿਓ। ਸਾਡੇ ਕੋਲ ਹਰ ਚੀਜ਼ ਦਾ ਚਾਰਾ ਹੈ, ਹਰ ਰਸਤਾ ਹੈ। ਸਿਰਫ ਇਹਨੂੰ ਜਲਾਉਣਾ, ਇਹ ਪ੍ਰੋਡਕਟਸ ਨੂੰ ਸਾਡੇ ਦੇਸ਼ 'ਚ ਅਵੇਅਰਨੈਸ ਹੋਣੀ ਚਾਹੀਦੀ ਹੈ। ਐਜੂਕੇਸ਼ਨ ਸਿਸਟਮ ਦੇ ਵਿੱਚ ਇੱਕ ਸਟ੍ਰੈਟੇਜਿਕ ਥਿੰਕਿੰਗ ਹੋਣੀ ਚਾਹੀਦੀ ਹੈ ਸਟੂਡੈਂਟ ਦੇ ਵਿੱਚ, ਯੰਗ ਜਨਰੇਸ਼ਨ 'ਚ, ਜਿਹੜੇ ਕਿ ਸੋਚ ਕੇ ਇਹੋ ਜਿਹੇ ਇੰਟਰਵਿਊਜ਼ ਦੇ ਵਿੱਚ ਹਿੱਸਾ ਲੈ ਸਕਣ, ਡਿਸਕਸ਼ਨ ਕਰ ਸਕਣ ਔਰ ਆਪਣੇ ਆਈਡੀਆ ਦੇ ਸਕਣ। ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਕਿ ਜਿਹੜੇ ਕੇਂਦਰ ਦੇ ਵਿੱਚ ਜਿਹੜੇ ਸਾਡੇ ਆਈਏਐਸ ਅਫਸਰ ਨੇ ਉਹ ਚੀਨ ਦੇ ਪੱਖ ਜ਼ਿਆਦਾ ਲੈਂਦੇ ਨੇ, ਜਿਨ੍ਹਾਂ ਦੀ ਰਾਏ ਜਿਹੜੇ ਹੈ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਲੈਂਦੇ ਨੇ, ਉਹ ਪੱਖਪਾਤੀ ਜਿਹੜਾ ਹੈ ਕਿ ਚੀਨ ਵੱਲ ਦਿਖਾਉਂਦੇ ਨੇ। ਇਸ ਦੇ ਵਿੱਚ ਇਹ ਵੀ ਖਦਸ਼ਾ ਜ਼ਾਹਿਰ ਹੋ ਸਕਦਾ ਹੈ ਕਿ ਜਿਹੜੀ ਖੂਫੀਆ ਜਾਣਕਾਰੀ ਹੈ ਉਹ ਵੀ ਕਿਤੇ ਨਾ ਕਿਤੇ ਲੀਕ ਹੁੰਦੀ ਹੋਵੇਗੀ। ਦੇਖੋ, ਸਾਈਬਰ ਸਿਕਿਉਰਿਟੀ ਸਾਡੀ ਇੰਨੀ ਵੀਕ ਹੈ ਕਿ ਸਾਡੀ ਹਰ ਚੀਜ਼ ਲੀਕ ਹੋ ਰਹੀ। ਮੈਂ 'ਚ ਕੋਈ ਨਹੀਂ ਦੋ ਰਾਏ, ਮੈਂ ਕਿਸੇ ਨੂੰ ਚੈਲੰਜ ਨੂੰ ਕਹਿ ਸਕਦਾ, ਮੈਂ ਕੋਈ ਬਿਲਕੁਲ ਸ਼ੱਕ ਨਹੀਂ ਇਸ ਚੀਜ਼ 'ਚ ਕਿ ਸਾਡੀ ਸਾਈਬਰ ਸਿਕਿਉਰਿਟੀ ਬਹੁਤ ਵੀਕ ਹੈ। ਜਿਹਨੂੰ ਕਿ ਉਹਨੂੰ ਸਟਰੋਂਗ ਕਰਨਾ, ਸਾਡੀ ਕਮਿਊਨੀਕੇਸ਼ਨ ਨੂੰ ਸਟਰੋਂਗ ਕਰਨਾ, ਸਾਡਾ ਇਨਫਰਾਸਟਰਕਚਰ ਨੂੰ ਸਟਰੋਂਗ ਕਰਨਾ, ਇਹ ਇੱਕ ਬਹੁਤ ਜ਼ਰੂਰੀ ਹਿੱਸਾ ਹੈ।
ਅੱਜ ਉਹਦੇ ਕੋਲ ਸੈਟਲਾਈਟਸ ਨੇ, ਉਹਨਾਂ ਦੀ ਕੋਈ ਚੀਜ਼ ਅਸੀਂ ਨਹੀਂ ਕਰ ਸਕਦੇ ਹੈਕ, ਕੋਈ ਚੀਜ਼ ਉਹਨਾਂ ਦੀ ਲੀਕ ਨਹੀਂ ਹੋ ਰਹੀ, ਜਿਹੜੀ ਕਿ ਸਾਡੀ ਚੀਜ਼ ਜਿਹੜੀ ਹੈ ਹਰ ਚੀਜ਼ ਜਿਹੜੀ ਹੈ ਲੀਕ ਹੋ ਰਹੀ ਹੈ। ਮੈਂ ਨਹੀਂ ਕਹਿੰਦਾ ਇਹ ਸਪਾਈਜ਼ ਨੇ ਜਾਂ ਕੀ ਨੇ, ਪਰ ਉਹਨਾਂ ਦੀ ਜਿਹੜੀ ਹੈ ਉਹਨਾਂ ਕੋਲ ਸਿਸਟਮ ਐਸੇ ਨੇ ਜਿਨ੍ਹਾਂ ਕਿ ਉਹਨਾਂ ਕੋਲ ਟੈਕਨੋਲੋਜੀ ਐਸੀ ਹੈ ਜਿਹੜੀ ਕਿ ਸਾਡੇ ਕੋਲ ਨਹੀਂ ਹੈ ਇਸ ਵਕਤ, ਜਿਹੜੀ ਕਿ ਸਾਨੂੰ ਬਹੁਤ ਜ਼ਰੂਰੀ ਹੈ। ਬਹੁਤ ਚਾਹੁੰਦੇ ਨੇ ਜਿਹੜੇ ਕਿ IAS ਅਫਸਰ ਜਿਹੜੀ ਲੌਬੀ ਉਹਨਾਂ ਦੀ ਹੈ ਲੈਫਟਿਸਟ ਦੀ, ਜਾਂ GNU 'ਚ ਜਿਹੜੇ ਬੰਦੇ ਲੈਫਟਿਸਟ 'ਚ ਬੜੇ ਨੇ, ਜਾਂ ਸਾਡੇ ਜਿਹੜੇ ਹਾਮੀ ਭਰਦੇ ਨੇ, ਜਿਹੜਾ ਪੱਖ ਰੱਖਦੇ ਨੇ, ਉਹਨਾਂ ਨੂੰ ਜ਼ਰੂਰ ਕਾਬੂ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਇਸ ਚੀਜ਼। ਤੇ ਇਸ ਦੇ ਵਿੱਚ ਸੁਧਾਰ ਲਿਆਉਣ ਲਈ ਜਿਹੜਾ ਹੈ ਕਿ ਜਿਹੜੀ ਸਾਈਬਰ ਸਿਕਿਉਰਿਟੀ ਨੂੰ ਸੁਧਾਰ ਲਿਆਉਣ ਦੇ ਵਿੱਚ ਕੀ ਉਹਨੂੰ ਉਪਰਾਲੇ ਕਰਨੇ ਚਾਹੀਦੇ ਆ, ਸਾਡੀ ਜਿਹੜੀ ਕੇਂਦਰ ਦੀ ਸਰਕਾਰ ਆ ਉਸ ਨੂੰ? ਉਹਨੂੰ ਉਪਰਾਲੇ ਇਹ ਕਰਨੇ ਚਾਹੀਦੇ ਕਿ ਸਾਨੂੰ ਆਪਣਾ ਟੈਕਨੋਲੋਜੀ ਅਸੀਂ ਸਟਰੋਂਗ ਹੋਈਏ, ਸਾਨੂੰ ਕੋਈ ਹੈਕ ਨਾ ਕਰ ਸਕੇ, ਸਾਡੇ ਕੋਈ ਲੀਕ ਨਾ ਹੋ ਸਕੇ। ਜਿਵੇਂ ਉਹਨਾਂ ਨੇ ਹੁਣ ਵੇਖੋ ਆਪਣਾ ਕਿੰਨਾ ਸਿਸਟਮ ਕੀਤਾ ਚਾਈਨਾ ਨੇ, ਕੋਈ ਫੇਸਬੁੱਕ ਨਹੀਂ, ਕੋਈ ਟਵਿੱਟਰ ਨਹੀਂ, ਸਾਡਾ ਸੋਸ਼ਲ ਮੀਡੀਆ ਚੈੱਕ ਆਉਂਦਾ, 100 ਬੰਦੇ ਨੂੰ ਟਰੋਲ ਕਰਦੇ ਨੇ, ਕੋਈ ਕਹਿੰਦਾ ਨਹੀਂ ਜੀ ਇਹ ਤਾਂ ਤੁਸੀਂ ਤਾਂ ਬਿਲਕੁਲ ਹੀ ਡੁੱਬ ਮਰੋ, ਤੁਸੀਂ ਤੁਹਾਡਾ ਇਹ ਸੁਝਾਅ ਕੋਈ ਦਿਓ ਅੱਛਾ ਟਵਿੱਟਰ 'ਤੇ। ਅੱਜ ਮੈਂ ਟਵਿੱਟਰ ਹੈਂਡਲ 'ਤੇ ਕਈ ਵਾਰ ਕੋਈ ਸੁਝਾਅ ਅੱਛਾ ਪਾਉਣਾ, ਉਹਨੂੰ ਵੀ ਲੋਕ ਜਿਹੜੇ ਬਹੁਤ ਜ਼ਿਆਦਾ ਨੇ ਮੈਨੂੰ ਇਹ ਕਹਿੰਦੇ, ਕਈ ਕਰਨ ਵਾਲੇ ਨੇ ਜਿਹੜੇ, ਉਹ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਉਹ ਕੌਣ ਨੇ, ਪਰ ਉਹ ਸਮਝਦੇ ਨੇ ਪਤਾ ਨਹੀਂ ਕਿ ਮੈਂ ਕੋਈ ਕਿਸੇ ਦੀ ਸਾਈਡ ਲੈ ਰਿਹਾ। ਮੈਂ ਕਿਸੇ ਦੀ ਸਾਈਡ ਨਹੀਂ ਲੈ ਰਿਹਾ, ਮੈਂ ਚਾਹੁੰਦਾ ਆਪਣੇ ਦੇਸ਼ ਦਾ ਭਲਾ ਹੋਏ, ਅਸੀਂ ਦੇਸ਼ ਨੂੰ ਸਟਰੋਂਗ ਕਰਨਾ ਚਾਹੁੰਦੇ ਹਾਂ, ਔਰ ਉਸ ਲਈ ਮੈਂ ਚਾਹੁੰਦਾ ਹਾਂ ਕਿ ਸਾਡੀ ਵੀ ਸਾਈਬਰ ਸਿਕਿਉਰਿਟੀ, ਸਾਡੀ ਸਾਰੀ ਟੈਕਨੋਲੋਜੀ ਹੋਰ ਵਧੇ, ਅਸੀਂ ਵੀ ਉਹਨਾਂ ਦੇ ਮੁਕਾਬਲੇ 'ਚ ਪਹੁੰਚੀਏ। ਸਭ ਤੋਂ ਵੱਡਾ ਅੱਜ ਕੱਲ੍ਹ ਟੈਕਨੋਲੋਜੀ ਇੱਕ ਜ਼ਮਾਨਾ ਹੈ, ਇਹਦੇ ਨਾਲ ਹੀ ਸਾਰਾ ਮਿਜ਼ਾਈਲ ਸਿਸਟਮ ਹੁੰਦਾ ਹੈ, ਸਾਰਾ ਕੁਛ ਹੈ। ਅੱਜ ਅਸੀਂ ਟਾਰਗੇਟ ਵੀ ਉਹਨਾਂ ਨਾਲ, ਅੱਜ ਮੈਂ ਗੱਲ ਕੀਤੀ ਕਿ ਸੌਫਟ ਟਾਰਗੇਟ, ਉਹਨਾਂ ਦੇ ਸੈਟਲਾਈਟ ਨੂੰ ਟਾਰਗੇਟ ਕੀਤਾ ਜਾਏ, ਉਹਨਾਂ ਦੇ ਏਅਰਪੋਰਟਸ ਨੂੰ ਟਾਰਗੇਟ ਕੀਤਾ ਜਾਏ, ਉਹਨਾਂ ਦੇ ਨੇਵਲ ਪੋਰਟਸ ਨੂੰ ਟਾਰਗੇਟ ਕੀਤਾ ਜਾਏ, ਉਹਨਾਂ ਦੇ ਰੇਲਵੇ ਯਾਰਡਸ ਨੂੰ ਟਾਰਗੇਟ ਕੀਤਾ ਜਾਏ, ਉਹਨਾਂ ਦੇ ਪਾਵਰ ਗ੍ਰਿਡਸ ਨੂੰ ਟਾਰਗੇਟ ਕੀਤਾ ਜਾਏ, ਉਹਨਾਂ ਦੇ ਜੋ ਵੀ ਸੌਫਟ ਟਾਰਗੇਟਸ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਏ। ਜਿੱਥੋਂ ਦੇ ਪੈਟਰੋਲੀਅਮ ਜਿਹੜੇ ਨੇ ਡਿਪੋਜ਼ ਨੇ ਉਹਨਾਂ ਦੇ ਬੜੇ ਵਨਰੇਬਲ ਨੇ, ਪਏ ਨੇ, ਉਹਨਾਂ ਦੇ ਜਿਹੜੇ ਰੋਡ ਬ੍ਰਿਜ ਬਣੇ ਨੇ, ਮਾਊਂਟਨ ਰੋਡ ਜਿਹੜਾ ਕਾਰਾਕੋਰਮ ਹਾਈਵੇ, ਉਹ 5 ਬ੍ਰਿਜ ਜਾਂ 2 ਬ੍ਰਿਜ ਹੀ ਢਾਹ ਦਿਓ ਅਤੇ ਉਹਨਾਂ ਦਾ ਕਮਿਊਨੀਕੇਸ਼ਨ ਟੁੱਟ ਜਾਂਦਾ ਸਾਰਾ। ਇਹ ਜਿਹੜੀਆਂ ਵੱਡੀਆਂ ਇੰਪੋਰਟੈਂਟ ਰੋਡਸ ਬਣਾਈਆਂ ਨੇ, ਉਹਨਾਂ ਦੇ ਰੇਲ ਲਿੰਕ ਹੀ ਸਾਰੇ ਤੋੜੋ, ਸੌਫਟ ਟਾਰਗੇਟਸ ਨੂੰ ਜਾ ਕੇ ਕਰੋ ਅਟੈਕ। ਉਹ ਸਾਡੇ ਲਈ ਇੱਕ ਬਹੁਤ ਜ਼ਰੂਰੀ ਹੈ, ਜੋ ਕਿ ਮੈਂ ਆਪਣੇ ਤੌਰ 'ਤੇ ਇੱਕ ਸੁਝਾਅ ਪੇਸ਼ ਕਰ ਰਿਹਾ। ਸੋ ਇਹ ਸਨ ਸਾਡੇ ਨਾਲ ਰਿਟਾਇਰਡ ਬ੍ਰਿਗੇਡੀਅਰ ਮਹਿੰਦਰ ਪ੍ਰਤਾਪ ਸਿੰਘ ਬਾਜਵਾ ਜੀ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਭਾਰਤ ਚੀਨ ਦੀ ਜਿਹੜੀ ਸਥਿਤੀ ਜਿਹੜੀ ਚਿੰਤਾਜਨਕ ਆ ਉਸ ਦੇ ਉੱਤੇ, ਮੌਜੂਦਾ ਸਥਿਤੀ ਦੇ ਉੱਤੇ ਸਾਨੂੰ ਵਿਸਥਾਰ ਨਾਲ ਜਿਹੜੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਇਹਨਾਂ ਵੱਲੋਂ ਇੱਕ ਚਿੰਤਾ ਵੀ ਪ੍ਰਗਟ ਕੀਤੀ ਗਈ ਹੈ ਕਿ ਜਿਹੜੇ ਸਾਡੇ IAS ਅਫਸਰ ਨੇ, ਜੋ ਜਿਨ੍ਹਾਂ ਦੀ ਜਿਹੜੀ ਰਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੈਂਦੇ ਨੇ, ਉਹ ਜ਼ਿਆਦਾ ਪੱਖ ਜਿਹੜਾ ਹੈ ਕਿ ਚੀਨ ਵੱਲ ਦਾ ਲੈਂਦੇ ਨੇ। ਔਰ ਇਹਨਾਂ ਵੱਲੋਂ ਇਹ ਜਿਹੜਾ ਹੈ ਕਿ ਇੱਕ ਰਾਏ ਦਿੱਤੀ ਗਈ ਹੈ ਕੇਂਦਰ ਸਰਕਾਰ ਨੂੰ ਕਿ ਉਹਨਾਂ ਜਿਹੜੇ ਅਫਸਰ, ਜਿਹੜੇ ਲੌਬੀ ਹੈਗੀ IAS ਲੌਬੀ ਜਿਹੜੀ ਚੀਨ ਦਾ ਪੱਖ ਲੈਂਦੇ ਨੇ, ਉਹਨਾਂ ਦੇ ਉੱਤੇ ਜਲਦ ਤੋਂ ਜਲਦ ਜਿਹੜੀ ਹੈ ਕਿ ਸਖਤੀ ਨਾਲ ਨਕੇਲ ਪਾਈ ਜਾਣੀ ਚਾਹੀਦੀ ਹੈ, ਕਿ ਤਾਂ ਕਿ ਜਿਹੜੀ ਹੈ ਕਿ ਸਾਡੀ ਜਿਹੜੀ ਖੁਫੀਆ ਜਾਣਕਾਰੀ ਹੈ, ਜਿੱਥੇ ਖਦਸ਼ਾ ਜਿਹੜਾ ਹੈ ਕਿ ਜ਼ਾਹਿਰ ਕੀਤਾ ਕਿ ਲੀਕ ਹੋ ਰਹੀ ਹੈ, ਉਸ 'ਤੇ ਵੀ ਰੋਕ ਲਗਾਈ ਜਾ ਸਕੇ। ਹੁਣ ਵੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਰੁਖ ਕਿਵੇਂ ਦਾ ਰੱਖਦੀ ਹੈ। ਔਰ ਇਸ ਦੇ ਨਾਲ ਜਿਵੇਂ ਕਿ ਮਹਿੰਦਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਕਿਹਾ ਗਿਆ ਕਿ ਇਸ ਟਾਈਮ ਸਾਨੂੰ ਸਾਰੇ ਭਾਰਤੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਚੀਨ ਦੇ ਖਿਲਾਫ ਇੱਕ ਹੋ ਕੇ ਖੜੇ ਹੋਣ ਦੀ ਲੋੜ ਹੈ। ਕਿ ਇਹ ਸੰਭਵ ਹੁੰਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਚਿਰਾਗ ਸ਼ਰਮਾ, ਅਜੀਤ ਵੈਬ TV, ਜਲੰਧਰ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।